ਅੱਜ ਆਓ ਅਸੀਂ 5 ਰੋਟੀਆਂ ਤੇ 2 ਮੱਛੀਆਂ ਦਾ ਚਮਤਕਾਰ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਪਸਾਹ ਦੁਆਰਾ ਪਰਮੇਸ਼ਵਰ ਸਾਨੂੰ ਬਹੁਤ ਜ਼ਿਆਦਾ ਕਿਰਪਾ ਅਤੇ ਆਸ਼ੀਸ਼ ਦਿੰਦੇ ਹਨ। ਆਓ ਅਸੀਂ ਪਸਾਹ ਦੇ ਅਰਥ ਦਾ ਅਧਿਐਨ ਕਰੀਏ। ਖਾਸ ਕਰਕੇ ਬਾਈਬਲ ਕਈ ਚਮਤਕਾਰਾਂ ਨੂੰ ਦਰਜ ਕਰਦੀ ਹੈ ਜਿਸ ਨੂੰ ਪਰਮੇਸ਼ਵਰ ਨੇ ਰੋਟੀ ਰਾਹੀਂ ਕੀਤਾ ਸੀ। 5 ਰੋਟੀਆਂ ਅਤੇ 2 ਮੱਛੀਆਂ ਨਾਮਕ ਚਮਤਕਾਰ ਦੁਆਰਾ ਯਿਸੂ ਨੇ 5000 ਲੋਕਾਂ ਨੂੰ ਖਵਾਇਆ। ਜੰਗਲ ਵਿੱਚ ਪਰਮੇਸ਼ਵਰ ਨੇ ਮਨ ਦਾ ਇੱਕ ਹੋਰ ਚਮਤਕਾਰ ਕੀਤਾ। ਉਹਨਾਂ ਨੇ ਇਸ ਤਰ੍ਹਾਂ ਇਸਰਾਏਲੀਆਂ ਨੂੰ ਭੁੱਖਮਰੀ ਤੋਂ ਬਚਾਇਆ। ਇਸ ਤੋਂ ਇਲਾਵਾ ਪਸਾਹ ਵਿੱਚ ਕੀ ਹੈ? ਰੋਟੀ ਹੈ। ਕੀ ਪਸਾਹ ਦੇ ਸਮਾਰੋਹ ਵਿੱਚ ਦਾਖਰਸ ਨਾਲ ਰੋਟੀ ਨਹੀਂ ਹੁੰਦੀ? ਪਰਮੇਸ਼ਵਰ ਨੇ ਰੋਟੀ ਵਿੱਚ ਵੀ ਚਮਤਕਾਰ ਕੀਤਾ। ਇਤਿਹਾਸ ਵਿੱਚ 5 ਰੋਟੀਆਂ ਅਤੇ 2 ਮੱਛੀਆਂ ਦਾ, ਜੰਗਲ ਵਿੱਚ ਮਨ ਦਾ ਅਤੇ ਪਸਾਹ ਦੀ ਰੋਟੀ ਅਤੇ ਦਾਖਰਸ ਦਾ ਚਮਤਕਾਰ ਸੀ। ਪਰਮੇਸ਼ਵਰ ਨੇ ਉਹਨਾਂ ਵਿੱਚ ਸਦੀਪਕ ਜੀਵਨ ਦਾ ਚਮਤਕਾਰ ਦਿਖਾਇਆ। ਇਸ ਸਮੇਂ ਆਓ ਅਸੀਂ ਯੂਹੰਨਾ ਅਧਿਆਇ 6 ਦੁਆਰਾ 5 ਰੋਟੀਆਂ ਅਤੇ 2 ਮੱਛੀਆਂ ਦੇ ਇਤਿਹਾਸ ਦੁਆਰਾ ਪਰਮੇਸ਼ਵਰ ਦੀ ਇੱਛਾ ਦਾ ਅਧਿਐਨ ਕਰੀਏ। ਆਓ ਅਸੀਂ ਯੂਹੰਨਾ ਦੀ ਕਿਤਾਬ ਅਧਿਆਇ 6 ਉੱਤੇ ਜਾਈਏ। ਆਓ ਅਸੀਂ ਯੂਹੰਨਾ ਦੀ ਕਿਤਾਬ ਅਧਿਆਇ 6 ਵਚਨ 4 ਉੱਤੇ ਇੱਕ ਨਜ਼ਰ ਪਾਈਏ। ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਨੇੜੇ ਸੀ। ਉਪਰੰਤ ਯਿਸੂ ਨੇ ਜਾਂ ਅੱਖੀਆਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਡਿੱਠੀ ਤਾਂ ਫਿਲਿਪੁਸ ਨੂੰ ਆਖਿਆ ਕਿ ਅਸੀਂ ਇਹਨਾਂ ਦੇ ਖਾਣ ਲਈ ਰੋਟੀਆਂ ਕਿੱਥੋਂ ਮੁੱਲ ਲਈਏ। ਪਰ ਉਸਨੇ ਉਹਦੇ ਪਰਤਾਵੇ ਲਈ ਇਹ ਆਖਿਆ ਕਿਉਂਕਿ ਉਹ ਆਪ ਜਾਣਦਾ ਸੀ ਜੋ ਮੈਂ ਕੀ ਕਰਾਂਗਾ। ਫਿਲਿਪੁਸ ਨੇ ਉਸਨੂੰ ਉੱਤਰ ਦਿੱਤਾ ਕਿ 100 ਰੁਪਏ ਦੀਆਂ ਰੋਟੀਆਂ ਨਾਲ ਪੀ ਉਹਨਾਂ ਦਾ ਪੂਰਾ ਨਹੀਂ ਪਟਣਾ ਜੋ ਹਰੇਕ ਨੂੰ ਥੋੜਾ ਜਿਹਾ ਪੀ ਮਿਲੇ। ਉਸਨੇ ਚੇਲਿਆਂ ਵਿੱਚੋਂ ਇੱਕ ਸ਼ਮੂਨ ਪਤਰਸ ਦੇ ਭਰਾ ਅੰਦਰੀਆਸ ਨੇ ਉਸਨੂੰ ਕਿਹਾ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜਵਾਂ ਦੀਆਂ 5 ਰੋਟੀਆਂ ਅਤੇ 2 ਛੋਟੀਆਂ ਜਿਹੀਆਂ ਮੱਛੀਆਂ ਹਨ, ਪਰ ਇੰਨਿਆਂ ਲੋਕਾਂ ਲਈ ਇਹ ਕੀ ਹਨ? ਇੰਨੇ ਸਾਰੇ ਲੋਕਾਂ ਵਿੱਚੋਂ ਕਿੰਨੇ ਲੋਕ ਸੱਚਮੁੱਚ ਸੰਤੁਸ਼ਟ ਹੋ ਸਕਦੇ ਹਨ? ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅੰਦਰੀਆਸ ਦਾ ਇਹੀ ਮਤਲਬ ਸੀ। ਹਾਲਾਂਕਿ ਯਿਸੂ ਨੇ ਉਹਨਾਂ ਨੂੰ ਰੋਟੀ ਲਿਆਉਣ ਲਈ ਕਿਹਾ। ਧੰਨਵਾਦ ਦੇਣ ਤੋਂ ਬਾਅਦ ਉਹਨਾਂ ਨੇ ਕਿਹਾ, ਇਸ ਨੂੰ ਤੋੜੋ ਅਤੇ ਵੰਡੋ। ਕੀ ਇਹ 5000 ਲੋਕਾਂ ਨੂੰ ਭੋਜਨ ਦੇਣ ਲਈ ਕਾਫੀ ਨਹੀਂ ਸੀ? ਬਾਈਬਲ ਦੱਸਦੀ ਹੈ ਉਹਨਾਂ ਨੇ 12 ਟੋਕਰੀਆਂ ਭਰੀਆਂ। ਇਸ ਦ੍ਰਿਸ਼ ਵਿੱਚ ਕੁਝ ਬਹੁਤ ਮਹੱਤਵਪੂਰਨ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਕੀ ਹੈ? ਸਾਨੂੰ ਇਸ ਗੱਲ ਵਿੱਚ ਫਰਕ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਕੀ ਕਰ ਸਕਦੇ ਹਨ ਅਤੇ ਅਸੀਂ ਕੀ ਕਰ ਸਕਦੇ ਹਾਂ। ਆਓ ਅਸੀਂ ਪਹਿਲਾਂ ਇੱਕ ਅੰਗਰੇਜ਼ੀ ਸਮੀਕਰਨ ਬਾਰੇ ਸੋਚੀਏ। ਇੱਕ ਸਮੀਕਰਨ ਹੈ as much as। ਇਸ ਦਾ ਮਤਲਬ ਹੈ ਜਿੰਨਾ ਕੋਈ ਕਰ ਸਕਦਾ ਹੈ। ਜਦੋਂ ਅਸੀਂ as much as ਵਿੱਚ I can ਜੋੜਦੇ ਹਾਂ ਤਾਂ ਇਸ ਦਾ ਅਰਥ ਹੈ ਮੈਂ ਜੋ ਕਰ ਸਕਦਾ ਹਾਂ ਉਸ ਦਾ ਪੱਧਰ। ਇਸ ਤੋਂ ਬਾਅਦ ਆਓ ਅਸੀਂ as much as ਵਿੱਚ you can ਜੋੜੀਏ, ਜਿੰਨਾ ਤੁਸੀਂ ਕਰ ਸਕਦੇ ਹੋ। ਫਿਰ ਆਓ ਅਸੀਂ I ਅਤੇ you ਦੀ ਥਾਂ ਤੇ God ਰੱਖੀਏ। It is as much as God can। ਇਹ as much as God can ਹੈ। ਸਾਨੂੰ ਯੂਹੰਨਾ ਦੀ ਕਿਤਾਬ ਅਧਿਆਇ 6 ਦੇ ਦ੍ਰਿਸ਼ ਬਾਰੇ ਧਿਆਨ ਨਾਲ ਸੋਚਣਾ ਚਾਹੀਦਾ ਹੈ। ਇਸ ਚਮਤਕਾਰ ਵਿੱਚ ਲੋਕ ਕੀ ਕਰ ਸਕਦੇ ਸੀ? ਕੀ ਸਾਡੇ ਕੋਲ 5000 ਲੋਕਾਂ ਨੂੰ ਭੋਜਨ ਦੇਣ ਦੀ ਸਮਰੱਥਾ ਹੈ? ਇਸ ਸਥਿਤੀ ਵਿੱਚ ਅਸੀਂ ਸਿਰਫ ਯਿਸੂ ਨੂੰ ਕਹਿ ਸਕਦੇ ਹਾਂ, ਇੱਕ ਬੱਚਾ ਹੈ ਜਿਸ ਕੋਲ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਹਨ। ਭੁੱਖੇ ਲੋਕਾਂ ਨੂੰ ਰਜਾਉਣ ਵਾਲਾ ਕੋਈ ਨਹੀਂ ਸੀ। ਹਾਲਾਂਕਿ ਜਦੋਂ ਆਇਆ ਤੇ ਯੂ ਨੂੰ ਹਟਾ ਦਿੱਤਾ ਗਿਆ ਅਤੇ ਫਿਰ ਗੌਡ ਜੋੜ ਦਿੱਤਾ ਗਿਆ ਤਾਂ ਕੀ ਹੋਇਆ?
ਇੱਕ ਹੈਰਾਨੀਜਨਕ ਕੰਮ ਹੋਇਆ। ਲੋਕਾਂ ਨੂੰ ਖਵਾਉਣ ਤੋਂ ਬਾਅਦ ਵੀ 12 ਟੋਕਰੀਆਂ ਭਰੀਆਂ ਹੋਈਆਂ ਸੀ। ਸਾਰੇ ਲੋਕੋ, ਅੱਜ ਦਾ ਸਿਰਲੇਖ 5 ਰੋਟੀਆਂ ਅਤੇ 2 ਮੱਛੀਆਂ ਦਾ ਚਮਤਕਾਰ ਹੈ। ਚਮਤਕਾਰਾਂ ਦੇ ਵਿਚਕਾਰ ਉਹ ਹੁੰਦਾ ਜੋ ਅਸੀਂ ਕਰ ਸਕਦੇ ਹਾਂ ਅਤੇ ਪਰਮੇਸ਼ਵਰ ਜੋ ਕਰ ਸਕਦੇ ਹਨ। ਅਸੀਂ ਕਹਿੰਦੇ ਹਾਂ ਕਿ ਅਸੀਂ ਪਰਮੇਸ਼ਵਰ ਤੇ ਨਿਰਭਰ ਹਾਂ, ਪਰ ਅਸਲ ਵਿੱਚ ਅਸੀਂ ਸੋਚਦੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ। ਸਾਰੇ ਲੋਕੋ, ਸਾਡੇ ਨਾਲ ਖੁਸ਼ਖਬਰੀ ਲਈ ਕੌਣ ਕੰਮ ਕਰ ਰਿਹਾ ਹੈ? ਯੂਹੰਨਾ ਦੀ ਕਿਤਾਬ ਅਧਿਆਇ 5 ਵਚਨ 17 ਵਿੱਚ ਇਹ ਕੀ ਕਹਿੰਦਾ ਹੈ? ਮੇਰਾ ਪਿਤਾ ਹੁਣ ਤੀਕੁਰ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ। ਅਜਿਹੇ ਲੋਕ ਹਨ ਜੋ ਸੋਚਦੇ ਹਨ ਕਿ ਪਰਮੇਸ਼ਵਰ ਕੀ ਕਰ ਸਕਦੇ ਹਨ, ਅਤੇ ਅਜਿਹੇ ਲੋਕ ਹਨ ਜੋ ਸਿਰਫ ਇਸ ਬਾਰੇ ਸੋਚਦੇ ਹਨ ਕਿ ਉਹ ਕੀ ਕਰ ਸਕਦੇ ਹਨ। ਉਹਨਾਂ ਵਿੱਚੋਂ ਇੱਕ ਉਦਾਹਰਣ ਇਸਰਾਏਲੀਆਂ ਦਾ ਯਰੀਹੋ ਦਾ ਭੇਤ ਲੈਣਾ ਹੈ। 12 ਜਾਸੂਸਾਂ ਵਿੱਚੋਂ 10 ਨੇ ਦੇਖਿਆ ਕਿ ਉਹ ਕੀ ਕਰ ਸਕਦੇ ਹਨ। ਪਰ ਯਹੋਸ਼ੁਆ ਅਤੇ ਕਾਲਿਬ ਨੇ ਦੇਖਿਆ ਕਿ ਪਰਮੇਸ਼ਵਰ ਕੀ ਕਰ ਸਕਦੇ ਹਨ। ਪਰਮੇਸ਼ਵਰ ਸਾਡੀ ਮਦਦ ਕਰ ਰਹੇ ਹਨ, ਪਰ ਜੇ ਅਸੀਂ ਸੋਚਦੇ ਹਾਂ ਕਿ ਇਹ ਸੰਭਵ ਨਹੀਂ ਹੈ, ਤਾਂ ਉਸੇ ਪਲ ਤੋਂ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ। ਪਰਮੇਸ਼ਵਰ ਕਦੋਂ ਦਰਵਾਜ਼ੇ ਖੋਲਣਗੇ? ਜਦੋਂ ਸਾਡੇ ਕੋਲ ਵਿਸ਼ਵਾਸ ਹੋਵੇਗਾ ਤਾਂ ਸਭ ਕੁਝ ਖੁੱਲ੍ਹ ਜਾਵੇਗਾ। ਤਾਂ ਝਿਜਕ ਦੀਆਂ ਅੱਖਾਂ ਕੀ ਵੇਖਦੀਆਂ ਹਨ? ਉਹ ਰੁਕਾਵਟਾਂ ਨੂੰ ਦੇਖਦੀਆਂ ਹਨ। ਵਿਸ਼ਵਾਸ ਦੀਆਂ ਅੱਖਾਂ ਕੀ ਦੇਖਦੀਆਂ ਹਨ? ਉਹ ਰਸਤਾ ਦੇਖਦੀਆਂ ਹਨ। ਜਦੋਂ ਅਸੀਂ ਸੰਕੋਚ ਕਰਦੇ ਹਾਂ ਅਤੇ ਸ਼ੱਕ ਕਰਦੇ ਹਾਂ, ਤਾਂ ਅਸੀਂ ਰੁਕਾਵਟਾਂ ਨੂੰ ਦੇਖਾਂਗੇ ਅਤੇ ਕਹਾਂਗੇ, ਇਸ ਅਤੇ ਉਸ ਕਰਕੇ ਅਸੀਂ ਅਜਿਹਾ ਨਹੀਂ ਕਰ ਸਕਦੇ। ਹਾਲਾਂਕਿ, ਜਦੋਂ ਸਾਡੇ ਕੋਲ ਵਿਸ਼ਵਾਸ ਦੀਆਂ ਅੱਖਾਂ ਹੋਣਗੀਆਂ, ਤਾਂ ਸਭ ਕੁਝ ਸੁਚਾਰੂ ਢੰਗ ਨਾਲ ਚੱਲੇਗਾ। ਹੁਣ, ਅਸੀਂ ਅੰਤਿਮ ਪੜਾਅ ਵਿੱਚ ਹਾਂ। ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਖੁਸ਼ਖਬਰੀ ਨੂੰ ਪੂਰਾ ਕਰਦੇ ਹੋਏ, ਕੁਝ ਚਰਚ ਇਹ ਟੀਚਾ ਨਿਰਧਾਰਿਤ ਕਰਦੇ ਹਨ ਕਿ ਉਹ ਕੀ ਕਰ ਸਕਦੇ ਹਨ, ਜਦ ਕਿ ਕੁਝ ਚਰਚ ਆਪਣਾ ਇਹ ਟੀਚਾ ਨਿਰਧਾਰਿਤ ਕਰਦੇ ਹਨ ਕਿ ਪਰਮੇਸ਼ਵਰ ਕੀ ਕਰ ਸਕਦੇ ਹਨ। ਇਸ ਲਈ, ਪਰਮੇਸ਼ਵਰ ਨੇ ਮੱਤੀ ਅਧਿਆਇ 9 ਵਿੱਚ ਕਿਹਾ, ਜਿਹੀ ਤੁਹਾਡੀ ਨਿਚਾ ਹੈ ਤੁਹਾਡੇ ਲਈ ਤਿਹਾਈ ਹੋਵੇ, ਹੈ ਨਾ? ਯਹੋਸ਼ੁਆ ਅਤੇ ਕਾਲਿਬ ਵਾਂਗ ਸਾਨੂੰ ਉਹ ਹੋਣਾ ਚਾਹੀਦਾ ਹੈ ਜੋ ਪੂਰੀ ਤਰ੍ਹਾਂ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ਵਰ ਸਭ ਕੁਝ ਕਰ ਸਕਦੇ ਹਨ ਅਤੇ ਕੰਮ ਕਰਨਾ ਚਾਹੀਦਾ ਹੈ। ਸਾਰੇ ਲੋਕੋ, ਕੀ ਲਾਲ ਸਮੁੰਦਰ ਵਿੱਚ ਕੋਈ ਰਸਤਾ ਸੀ? ਕੋਈ ਰਸਤਾ ਨਹੀਂ ਸੀ। ਉਹਨਾਂ ਨੇ ਆਪਣੀਆਂ ਸ਼ੱਕ ਦੀਆਂ ਅੱਖਾਂ ਨਾਲ ਰੁਕਾਵਟਾਂ ਨੂੰ ਦੇਖਿਆ। 6 ਲੱਖ ਆਦਮੀ, ਆਪਣੇ ਪਰਿਵਾਰ ਅਤੇ ਝੁੰਡ ਸਮੇਤ, ਇਸ ਵਿਸ਼ਾਲ ਸਮੁੰਦਰ ਨੂੰ ਕਿਵੇਂ ਪਾਰ ਕਰ ਸਕਦੇ ਹਨ? ਜਦੋਂ ਅਸੀਂ ਇਸ ਨੂੰ ਸ਼ੱਕ ਨਾਲ ਦੇਖਦੇ ਹਾਂ ਤਾਂ ਹਰ ਚੀਜ਼ ਇੱਕ ਰੁਕਾਵਟ ਲੱਗਦੀ ਹੈ। ਹਾਲਾਂਕਿ, ਜਦੋਂ ਅਸੀਂ ਇਸ ਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਨਾਲ ਦੇਖਦੇ ਹਾਂ ਤਾਂ ਕੀ ਉਹ ਇੱਕ ਰਸਤਾ ਨਹੀਂ ਦਿਖਾਉਂਦੇ? ਆਪਣੀ ਲਾਠੀ ਸਮੁੰਦਰ ਉੱਤੇ ਵਧਾ। ਇਸ ਤੱਤ ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਦੇ ਹੋਏ, ਪਰਮੇਸ਼ਵਰ ਸਾਡੀ ਅਗਵਾਈ ਕਰ ਰਹੇ ਹਨ। ਕਿਉਂਕਿ ਪਰਮੇਸ਼ਵਰ ਨੇ ਕਨਾਨ ਦੇਸ਼ ਦਾ ਵਾਅਦਾ ਕੀਤਾ ਹੈ, ਇਸ ਲਈ ਉਹ ਨਿਸ਼ਚਿਤ ਹੀ ਸਾਡੀ ਅਗਵਾਈ ਕਰਨਗੇ। ਮੂਸਾ ਨੇ ਆਪਣੀ ਲਾਠੀ ਲਾਲ ਸਮੁੰਦਰ ਉੱਪਰ ਵਧਾਈ। ਫਿਰ ਇੱਕ ਰਸਤਾ ਖੁੱਲ੍ਹਿਆ। ਸਾਰੇ ਲੋਕੋ, ਇਹ ਸਾਡੇ ਪਰਮੇਸ਼ਵਰ ਹਨ। 5 ਰੋਟੀਆਂ ਅਤੇ 2 ਮੱਛੀਆਂ ਦੇ ਚਮਤਕਾਰ ਵਿੱਚ ਉਹ ਕੀ ਕਰ ਸਕਦੇ ਸੀ? ਕੁਝ ਨਹੀਂ। ਉਹਨਾਂ ਨੇ ਸਿਰਫ ਯਿਸੂ ਵੱਲ ਦੇਖਿਆ। ਜਦੋਂ ਉਹਨਾਂ ਨੇ ਉਹਨਾਂ ਨੂੰ 5000 ਲੋਕਾਂ ਨੂੰ ਖਵਾਉਣ ਲਈ ਕਿਹਾ, ਤਾਂ ਉਹ ਹੈਰਾਨ ਰਹਿ ਗਏ ਅਤੇ ਕਿਹਾ, ਅਸੀਂ ਸਿਰਫ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਨਾਲ 5000 ਲੋਕਾਂ ਨੂੰ ਕਿਵੇਂ ਖਵਾ ਸਕਦੇ ਹਾਂ? ਕਿੰਨੇ ਲੋਕ ਇਸ ਤੋਂ ਸੰਤੁਸ਼ਟ ਹੋ ਸਕਦੇ ਹਨ? ਸਾਰੇ ਚੇਲਿਆਂ ਨੇ ਸਿਰਫ ਇਹੀ ਸੋਚਿਆ। ਇਸੇ ਲਈ ਯਿਸੂ ਨੇ ਉਹਨਾਂ ਨੂੰ ਇਹ ਚਮਤਕਾਰ ਦਿਖਾਇਆ। ਉਹਨਾਂ ਨੇ ਉਹਨਾਂ ਨੂੰ ਦਿਖਾਇਆ ਕਿ ਪਰਮੇਸ਼ਵਰ ਕੀ ਕਰ ਸਕਦੇ ਹਨ। ਉਹ ਜੋ ਕਰ ਸਕਦੇ ਸੀ ਉਸ ਦਾ ਇੱਕ ਛੋਟਾ ਜਿਹਾ ਅੰਸ਼ ਸੀ। ਜਦੋਂ ਉਸ ਸਥਿਤੀ ਵਿੱਚ ਐਜ਼ ਮਚ ਐਜ਼ ਗੋਡ ਕੈਨ ਰੱਖਿਆ ਗਿਆ, ਤਾਂ 5000 ਲੋਕ ਸੰਤੁਸ਼ਟ ਹੋਏ ਅਤੇ ਜੌਂ ਦੀਆਂ 5 ਰੋਟੀਆਂ ਨਾਲ 12 ਟੋਕਰੀਆਂ ਭਰ ਗਈਆਂ।
다시금 거둬들이는 보리떡 5개가 그렇게 돌변해 버렸습니다. ਜਦੋਂ ਪਰਮੇਸ਼ਵਰ ਇਹ ਕਰਦੇ ਹਨ ਤਾਂ ਉਹ ਭੌਤਿਕ ਸੰਸਾਰ ਵਿੱਚ ਸਾਡੀਆਂ ਭੌਤਿਕ ਧਾਰਨਾਵਾਂ ਨੂੰ ਤੋੜ ਦਿੰਦੇ ਹਨ। ਇਸ ਖੁਸ਼ਖਬਰੀ ਵਿੱਚ ਹਮੇਸ਼ਾ ਸਾਡੇ ਨਾਲ ਕੌਣ ਹੈ, ਕਿਉਂਕਿ ਪਰਮੇਸ਼ਵਰ ਕਹਿੰਦੇ ਹਨ, ਮੈਂ ਯੁੱਗ ਦੇ ਅੰਤ ਤੱਕ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਇਸ ਲਈ ਸਾਨੂੰ ਪਰਮੇਸ਼ਵਰ ਦੀ ਯੋਗਤਾ ਨੂੰ ਵੱਖਰਾ ਨਹੀਂ ਕਰਨਾ ਚਾਹੀਦਾ। ਅਸੀਂ ਜੋ ਕਰ ਸਕਦੇ ਹਾਂ ਉਸ ਦੇ ਅਨੁਸਾਰ ਸਾਨੂੰ ਆਪਣਾ ਟੀਚਾ ਨਿਰਧਾਰਿਤ ਨਹੀਂ ਕਰਨਾ ਚਾਹੀਦਾ। ਸਾਨੂੰ ਇਸ ਤਰ੍ਹਾਂ ਦਾ ਵਿਸ਼ਵਾਸ ਰੱਖਣਾ ਚਾਹੀਦਾ ਹੈ, ਜੇ ਪਰਮੇਸ਼ਵਰ ਇਸ ਤੇ ਕੰਮ ਕਰਦੇ ਹਨ ਤਾਂ ਇਹ 1 ਮਹੀਨੇ ਵਿੱਚ, 1 ਹਫ਼ਤੇ ਜਾਂ 1 ਦਿਨ ਵਿੱਚ ਵੀ ਪੂਰਾ ਹੋ ਸਕਦਾ ਹੈ। ਕੇਵਲ ਤਦ ਹੀ ਜੇਕਰ ਪਰਮੇਸ਼ਵਰ ਕਹਿੰਦੇ ਹਨ, ਜਿਹਾ ਤੁਹਾਡਾ ਵਿਸ਼ਵਾਸ ਤਿਹਾ ਹੋਵੇ, ਤਾਂ ਕਿ ਇਹ ਸੰਸਾਰ ਪਰਮੇਸ਼ਵਰ ਦੀ ਦੁਨੀਆ ਵਿੱਚ ਨਹੀਂ ਬਦਲ ਜਾਵੇਗਾ। ਕਿਉਂਕਿ ਪਰਮੇਸ਼ਵਰ ਕਹਿੰਦੇ ਹਨ ਕਿ ਤੁਹਾਡੇ ਵਿਸ਼ਵਾਸ ਅਨੁਸਾਰ ਇਹ ਤੁਹਾਡੇ ਲਈ ਹੋਵੇ, ਇਸ ਲਈ ਇਸ ਸਾਲ ਸਾਡੇ ਕੋਲ ਅਜਿਹਾ ਵਿਸ਼ਵਾਸ ਹੋਣਾ ਚਾਹੀਦਾ ਹੈ। ਯੂਹੰਨਾ ਅਧਿਆਇ 6 ਵਿੱਚ ਇਹ ਜਾਂਚਦੇ ਹੋਏ ਕਿ ਅਸੀਂ ਕੀ ਕਰ ਸਕਦੇ ਹਾਂ ਅਤੇ ਪਰਮੇਸ਼ਵਰ ਕੀ ਕਰ ਸਕਦੇ ਹਨ, ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਅਸੀਂ ਆਪ ਪੂਰਾ ਕਰ ਸਕਦੇ ਹਾਂ। ਆਓ ਅਸੀਂ ਕੂਚ ਦੀ ਕਿਤਾਬ ਅਧਿਆਇ 16 ਉੱਤੇ ਜਾਈਏ। ਕੂਚ ਅਧਿਆਇ 16 ਵਚਨ 4। ਆਓ ਮਨ ਦੇ ਚਮਤਕਾਰ ਤੇ ਇੱਕ ਨਜ਼ਰ ਪਾਈਏ। ਆਓ ਅਸੀਂ ਅਧਿਆਇ 16 ਵਚਨ 4 ਉੱਤੇ ਇੱਕ ਨਜ਼ਰ ਪਾਈਏ। ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖੋ ਮੈਂ ਤੁਹਾਡੇ ਲਈ ਆਕਾਸ਼ ਤੋਂ ਰੋਟੀ ਵਰਾਵਾਂਗਾ, ਹਰ ਪਰਜਾ ਬਾਹਰ ਜਾ ਕੇ 1 ਦਿਨ ਦਾ ਸੀਦਾ ਉਸੇ ਦਿਨ ਵਿੱਚ ਇਕੱਠਾ ਕਰੇ, ਤਾਂ ਜੋ ਮੈਂ ਉਹਨੂੰ ਪਰਖਾਂ ਪਈ ਉਹ ਮੇਰੀ ਵਿਵਸਥਾ ਉੱਤੇ ਚੱਲਦੀ ਹੈ ਕਿ ਨਹੀਂ। ਅਰ ਐਉਂ ਹੋਵੇਗਾ ਕਿ 6ਵੇਂ ਦਿਨ ਜੋ ਉਹ ਲਿਆਉਣਗੇ ਉਹ ਉਹਨੂੰ ਤਿਆਰ ਕਰਨ ਅਤੇ ਉਹ ਉਸ ਤੋਂ ਦੁੱਗਣਾ ਹੋਵੇਗਾ ਜਿਹੜਾ ਉਹ ਨਿੱਤ ਇਕੱਠਾ ਕਰਨਗੇ। ਇੱਥੇ ਅਸੀਂ ਦੇਖ ਸਕਦੇ ਹਾਂ ਕਿ 5000 ਲੋਕਾਂ ਨੂੰ ਜਿਉਂਦੀਆਂ 5 ਰੋਟੀਆਂ ਅਤੇ 2 ਮੱਛੀਆਂ ਖਾਣ ਦੀ ਬਜਾਏ ਪਰਮੇਸ਼ਵਰ ਨੇ ਕੀ ਕੀਤਾ? ਉਹਨਾਂ ਨੇ ਸਵਰਗ ਤੋਂ ਮਨ ਬਰਸਾਇਆ। ਸਾਡੇ ਪਰਮੇਸ਼ਵਰ ਬਿਨਾਂ ਕਿਸੇ ਵਿਚੋਲੇ ਦੇ ਵੀ ਆਪਣਾ ਕੰਮ ਕਰ ਸਕਦੇ ਹਨ। ਜੰਗਲ ਵਿੱਚ ਉਹਨਾਂ ਨੇ ਜਿਉਂਦੀਆਂ 5 ਰੋਟੀਆਂ ਅਤੇ 2 ਮੱਛੀਆਂ ਤੋਂ ਬਿਨਾਂ ਕੀ ਕੀਤਾ? ਉਹਨਾਂ ਨੇ ਸਵਰਗ ਤੋਂ ਮਨ ਭੇਜਿਆ। ਆਓ ਅਸੀਂ ਇਸ ਬਾਰੇ ਸੋਚੀਏ। ਜੰਗਲ ਵਿੱਚ ਆਪਣੀ 40 ਸਾਲਾਂ ਦੀ ਯਾਤਰਾ ਦੇ ਪਹਿਲੇ ਮਹੀਨੇ ਤੋਂ ਬਾਅਦ ਇਸਰਾਏਲੀਆਂ ਕੋਲ ਭੋਜਨ ਖਤਮ ਹੋ ਗਿਆ। ਉਹਨਾਂ ਕੋਲ ਖਾਣਾ ਨਹੀਂ ਸੀ। ਜਦੋਂ ਉਹਨਾਂ ਨੇ ਅੱਗੇ ਦੇਖਿਆ ਤਾਂ ਉਹਨਾਂ ਨੂੰ ਸਿਰਫ ਇੱਕ ਬੰਜਰ ਖੇਤ ਦਿਖਾਈ ਦੇ ਰਿਹਾ ਸੀ। ਇਸ ਤਰ੍ਹਾਂ ਉਹ ਨਿਰਾਸ਼ ਹੋ ਗਏ। ਉਹ ਕਨਾਨ ਨੂੰ ਨਹੀਂ ਦੇਖ ਸਕੇ ਅਤੇ ਉਹਨਾਂ ਦੇ ਸਾਹਮਣੇ ਸਥਿਤੀ ਨਿਰਾਸ਼ਾਜਨਕ ਸੀ। ਹਾਲਾਂਕਿ ਪਰਮੇਸ਼ਵਰ ਨੇ ਸਵਰਗ ਤੋਂ ਮਨ ਦੀ ਵਰਖਾ ਕੀਤੀ। ਸਾਨੂੰ ਮਨ ਨਾਮਕ ਰੋਟੀ ਬਾਰੇ ਸੋਚਣ ਦੀ ਲੋੜ ਹੈ। ਉਸ ਸਮੇਂ ਉਸ ਸਥਿਤੀ ਵਿੱਚ ਕੀ ਕਰ ਸਕਦੇ ਸੀ? ਉਹਨਾਂ ਕੋਲ ਭੋਜਨ ਖਤਮ ਹੋ ਗਿਆ ਸੀ। ਜਦੋਂ ਉਹਨਾਂ ਨੇ ਮਿਸਰ ਛੱਡਿਆ ਤਾਂ ਉਹਨਾਂ ਨੂੰ ਜਲਦੀ ਕੱਢਣਾ ਪਿਆ ਸੀ, ਇਸ ਲਈ ਉਹ 1 ਮਹੀਨੇ ਦਾ ਭੋਜਨ ਲਿਆਏ ਸੀ। ਉਹਨਾਂ ਨੂੰ ਉਮੀਦ ਸੀ ਕਿ ਭਾਵੇਂ ਕਨਾਨ ਬਹੁਤ ਦੂਰ ਹੈ, ਪਰ ਉੱਥੇ ਪਹੁੰਚਣ ਲਈ 1 ਮਹੀਨਾ ਕਾਫੀ ਹੈ। ਉਹਨਾਂ ਨੇ ਇਹ ਸੋਚਦੇ ਹੋਏ ਭੋਜਨ ਤਿਆਰ ਕੀਤਾ, ਅਸੀਂ ਕਿੰਨੀ ਵੀ ਹੌਲੀ ਕਿਉਂ ਨਾ ਚੱਲੀਏ, 1 ਮਹੀਨਾ ਕਾਫੀ ਹੋਵੇਗਾ। ਹਾਲਾਂਕਿ ਉਹ ਕਨਾਨ ਨਹੀਂ ਪਹੁੰਚੇ। ਅਜਿਹੀ ਸਥਿਤੀ ਵਿੱਚ ਉਹ ਕੀ ਕਰ ਸਕਦੇ ਸੀ? ਉਹ ਯਿਸੂ ਵਾਂਗ 5000 ਲੋਕਾਂ ਨੂੰ ਖਿਲਾਉਣ ਦਾ ਚਮਤਕਾਰ ਨਹੀਂ ਕਰ ਸਕੇ। ਸਾਰੇ ਲੋਕੋ, ਸਾਨੂੰ ਆਪਣੀ ਯੋਗਤਾ ਨੂੰ ਜਾਣਨਾ ਚਾਹੀਦਾ ਹੈ। ਸਾਨੂੰ ਆਪਣੀਆਂ ਕਾਬਲੀਅਤਾਂ ਅਤੇ ਪਰਮੇਸ਼ਵਰ, ਜੋ ਸਾਡੀ ਅਗਵਾਈ ਕਰਦੇ ਹਨ, ਦੀ ਸ਼ਕਤੀ ਦੋਨਾਂ ਨੂੰ ਸਮਝਣ ਦੀ ਲੋੜ ਹੈ। ਪਰਮੇਸ਼ਵਰ ਕੀ ਕਰ ਸਕਦੇ ਹਨ? ਅਸੀਂ ਕੀ ਕਰ ਸਕਦੇ ਹਾਂ? 5 ਰੋਟੀਆਂ ਅਤੇ 2 ਮੱਛੀਆਂ ਦੇ ਇਤਿਹਾਸ ਵਿੱਚ ਉਹਨਾਂ ਨੇ ਪੁੱਛਿਆ, ਅਸੀਂ 5000 ਭੁੱਖੇ ਲੋਕਾਂ ਨੂੰ ਕਿਵੇਂ ਭੋਜਨ ਦੇ ਸਕਦੇ ਹਾਂ? ਜਦੋਂ ਮੁੰਡੇ ਨੇ ਕਿਹਾ, ਮੇਰੇ ਕੋਲ ਜਿਉਂਦੀਆਂ 5 ਰੋਟੀਆਂ ਅਤੇ 2 ਮੱਛੀਆਂ ਹਨ, ਤਾਂ ਯਿਸੂ ਨੇ ਜਵਾਬ ਦਿੱਤਾ, ਇਹਨਾਂ ਨੂੰ ਮੇਰੇ ਕੋਲ ਲਿਆਓ।
가져오라 ਕਿਉਂਕਿ 하시니까 ਯਿਸੂ ਨੇ ਕਿਹਾ 가져다 ਉਹਨਾਂ ਨੂੰ ਲਿਆਓ, ਤਾਂ ਉਹ ਉਹਨਾਂ ਨੂੰ ਲਿਆਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਸੀ। ਜੰਗਲ ਵਿੱਚ ਵੀ ਉਹ ਕੁਝ ਨਹੀਂ ਕਰ ਸਕਦੇ ਸੀ। 아무것도 없습니다. ਹਾਲਾਂਕਿ ਉਹਨਾਂ ਨਾਲ ਕੌਣ ਸੀ? 함께 하시는 누가 계셨습니까? ਪਰਮੇਸ਼ਵਰ ਹਮੇਸ਼ਾ ਉਹਨਾਂ ਨਾਲ ਸੀ। 같이 계셨습니다. ਹਾਲਾਤ ਭਾਵੇਂ ਕਿੰਨੇ ਵੀ ਕਠਿਨ ਜਾਂ ਇਕੱਲੇ ਕਿਉਂ ਨਾ ਹੋਣ, ਪਰਮੇਸ਼ਵਰ ਹਮੇਸ਼ਾ ਸਾਡੇ ਨਾਲ ਹੁੰਦੇ ਹਨ। 그곳에는 언제나 하나님이 함께 계셨습니다. 우리는 ਕਿਉਂਕਿ ਅਸੀਂ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ, ਇਸ ਲਈ ਅਸੀਂ ਉਹਨਾਂ ਦੇ ਚਮਤਕਾਰਾਂ ਦਾ ਅਨੁਭਵ ਕਰਨ ਦੇ ਮੌਕਿਆਂ ਨੂੰ ਗੁਆਉਂਦੇ ਰਹਿੰਦੇ ਹਾਂ। 체험할 수 있는 기회를 자꾸만 놓치고 있습니다. ਸਾਰੇ ਲੋਕੋ, ਲਾਲ ਸਮੁੰਦਰ ਦਾ ਚਮਤਕਾਰ ਹੀ ਇੱਕੋ ਇੱਕ ਚਮਤਕਾਰ ਨਹੀਂ ਸੀ। 그 수많은 사람들이 40 ਸਾਲਾਂ ਤੱਕ ਪਰਮੇਸ਼ਵਰ ਨੇ ਜੰਗਲ ਵਿਚਕਾਰ ਲੋਕਾਂ ਨੂੰ ਹਰ ਦਿਨ ਭੋਜਨ ਦਿੱਤਾ। 한가운데서 내려주셨다는 것. 이거 하나님의 전지전능하신 ਕੀ ਇਹ ਪਰਮੇਸ਼ਵਰ ਦੀ ਸਰਬਸ਼ਕਤੀਮਾਨ ਸ਼ਕਤੀ ਤੋਂ ਬਿਨਾਂ ਪੂਰਾ ਕੀਤਾ ਜਾ ਸਕਦਾ ਹੈ? 우리 하나님은 이런 ਇਹ ਸਾਡੇ 하나님이십니다. ਪਰਮੇਸ਼ਵਰ ਹਨ। ਇਸ ਦੇ ਇਲਾਵਾ ਸਾਰਫਤ ਦੀ ਵਿਧਵਾ ਦੀ ਕਹਾਣੀ ਵਿੱਚ ਜਦੋਂ ਉਹ ਆਟਾ ਕੱਢਦੀ ਸੀ ਤਾਂ ਉਹ ਫਿਰ ਤੋਂ ਆ ਜਾਂਦਾ ਹੈ। 또 퍼내면 그만큼 또 쌓여 있고. 이 일을 ਅਜਿਹਾ 누가 ਚਮਤਕਾਰ 하실 수 ਕੌਣ 있는 ਕਰ 일이에요. ਸਕਦਾ ਹੈ? 그리고 ਸਭ ਤੋਂ ਵੱਧ ਉਤਪਤ ਅਧਿਆਇ 1 ਵਚਨ 1 ਦੇ ਅਨੁਸਾਰ ਪਰਮੇਸ਼ਵਰ ਨੇ ਕੀ ਕੀਤਾ? 뭘 하셨다고요? 하늘과 ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। 우리가 살고 ਧਰਤੀ 있는 ਦੇ ਵਿਸ਼ਾਲ ਆਕਾਰ ਦਾ ਨਿਰਮਾਣ ਕਿਸ ਨੇ 이 ਕੀਤਾ? 지구를 누가 창조해냈다고 했습니까? ਪਰਮੇਸ਼ਵਰ ਨੇ ਕੀਤਾ। 하셨습니다. 예. 그것도 ਜਿਵੇਂ ਕਿ ਉਹਨਾਂ ਨੇ ਸਿਰਫ 그냥 ਇੱਕ ਸ਼ਬਦ 말씀 한 ਕਿਹਾ 말씀만 ਤਾਂ ਉਹ ਉਸੇ 하시니까 ਵੇਲੇ ਬਣਾਇਆ 그가 ਗਿਆ। 생겼습니다. 예. ਇਹ 이런 ਯੋਗਤਾ 분이 ਕਿਸ 바로 ਕੋਲ 누구십니까? ਹੈ? ਇਹ ਸਾਡੇ ਪਰਮੇਸ਼ਵਰ, ਸਾਡੇ ਪਿਤਾ ਅਤੇ ਸਾਡੀ ਮਾਤਾ ਹੈ। 우리의 어머니십니다. ਸਾਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। 내 힘을 ਜਦੋਂ 믿고 ਅਸੀਂ ਆਪਣੀ 내 ਤਾਕਤ, 어떤 ਆਪਣੇ 말씀을 ਬੋਲਣ ਦੇ ਹੁਨਰ ਅਤੇ ਆਪਣੀ 믿고 ਪ੍ਰਤਿਭਾ 내 ਉੱਤੇ 실험을 ਵਿਸ਼ਵਾਸ ਕਰਦੇ ਹਾਂ ਤਾਂ ਅਸੀਂ ਕਦੇ ਵੀ ਪਰਮੇਸ਼ਵਰ ਦੀ ਸ਼ਕਤੀ ਨੂੰ ਨਹੀਂ ਦੇਖ ਸਕਦੇ। ਪਰ ਕੇਵਲ ਉਦੋਂ ਹੀ ਜਦੋਂ ਅਸੀਂ ਪੂਰੀ ਤਰ੍ਹਾਂ ਪਰਮੇਸ਼ਵਰ ਤੇ ਨਿਰਭਰ ਹੋਏ। ਅਜਿਹਾ ਕੁਝ ਵੀ ਨਹੀਂ ਹੈ ਜੋ ਅਸੀਂ ਇਕੱਲੇ ਕਰ ਸਕਦੇ ਹਾਂ। 5 ਰੋਟੀਆਂ ਅਤੇ 2 ਮੱਛੀਆਂ ਦੇ ਚਮਤਕਾਰ ਵਿੱਚ ਚੇਲਿਆਂ ਨੇ ਕਿਹਾ, ਅਸੀਂ ਉਹਨਾਂ ਨੂੰ ਕਿਵੇਂ ਖਵਾ ਸਕਦੇ ਹਾਂ? ਅਸੀਂ ਕੁਝ ਨਹੀਂ ਕਰ ਸਕਦੇ। ਛੋਟੇ ਮੁੰਡੇ ਕੋਲ ਜੌਂ ਦੀਆਂ ਸਿਰਫ 5 ਰੋਟੀਆਂ ਅਤੇ 2 ਮੱਛੀਆਂ ਹਨ। ਇਸ ਤੋਂ ਇਲਾਵਾ ਸਾਡੇ ਕੋਲ ਕੁਝ ਨਹੀਂ ਹੈ। ਅਸੀਂ ਉਹਨਾਂ ਨੂੰ ਕਿਵੇਂ ਖਵਾ ਸਕਦੇ ਹਾਂ? ਸਾਰੇ ਲੋਕੋ, ਇਹ ਸਹੀ ਹੈ। ਸਾਡੇ ਕੋਲ ਇੰਨੀ ਸੀਮਤ ਯੋਗਤਾ ਹੈ। ਹਾਲਾਂਕਿ ਪਰਮੇਸ਼ਵਰ ਜੋ ਹਮੇਸ਼ਾ ਸਾਡੇ ਨਾਲ ਹਨ, ਸਭ ਕੁਝ ਕਰ ਸਕਦੇ ਹਨ। ਯੁੱਗ ਦੇ ਅੰਤ ਤੱਕ ਪਰਮੇਸ਼ਵਰ ਹਮੇਸ਼ਾ ਸਾਡੇ ਨਾਲ ਹਨ ਅਤੇ ਉਹਨਾਂ ਕੋਲ ਸਾਨੂੰ ਖਿਲਾਉਣ ਅਤੇ ਰੋਟੀ ਨਾਲ 12 ਟੋਕਰੀਆਂ ਨੂੰ ਭਰਨ ਦਾ ਅਧਿਕਾਰ ਹੈ। 10 ਜਾਸੂਸਾਂ ਵਾਂਗ ਜਦੋਂ ਉਹਨਾਂ ਨੇ ਯਰੀਹੋ ਨੂੰ ਆਪਣੇ ਨਜ਼ਰੀਏ ਨਾਲ ਦੇਖਿਆ ਤਾਂ ਇਹ ਅਸੰਭਵ ਲੱਗ ਰਿਹਾ ਸੀ। ਹਾਲਾਂਕਿ ਜਦੋਂ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਦੇਖਿਆ ਗਿਆ ਤਾਂ ਉਹ ਉਸ ਦੇ ਲੋਕਾਂ ਨੂੰ ਖਾ ਸਕਦੇ ਸੀ। ਇੱਥੋਂ ਤੱਕ ਕਿ ਉਸ ਵਿਅਕਤੀ ਲਈ ਜਿਸ ਨੇ ਕਿਹਾ ਉਹ ਸਾਡੀ ਰੋਟੀ ਹੋਣਗੇ, ਸਰੀਰਕ ਤੌਰ ਤੇ ਇਹ ਅਸੰਭਵ ਲੱਗ ਰਿਹਾ ਸੀ। ਸਾਰਿਆਂ ਨੇ ਇੱਕੋ ਜਿਹਾ ਦੇਖਿਆ ਅਤੇ ਮਹਿਸੂਸ ਕੀਤਾ। ਹਾਲਾਂਕਿ ਅੰਤਰ ਪਰਮੇਸ਼ਵਰ ਦੀ ਮੌਜੂਦਗੀ ਨੂੰ ਸਵੀਕਾਰ ਕਰਨ ਵਿੱਚ ਸੀ। ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਜੇ ਅਸੀਂ ਪਰਮੇਸ਼ਵਰ ਨੂੰ ਭੁੱਲ ਜਾਂਦੇ ਹਾਂ ਤਾਂ ਖੁਸ਼ਖਬਰੀ ਅਸਫਲ ਹੋ ਜਾਵੇਗੀ। ਸਾਨੂੰ ਪਰਮੇਸ਼ਵਰ ਬਾਰੇ ਸੋਚਣਾ ਚਾਹੀਦਾ ਹੈ। ਜਿਵੇਂ ਕਿ ਉਹ ਅੰਤ ਤੱਕ ਸਾਡੀ ਮਦਦ ਕਰਦੇ ਹਨ, ਇਸ ਲਈ ਆਓ ਅਸੀਂ ਬਹੁਤ ਪ੍ਰਾਰਥਨਾਵਾਂ ਕਰੀਏ। ਜੇ ਅਸੀਂ ਆਪਣੀ ਤਾਕਤ ਤੇ ਨਿਰਭਰ ਹਾਂ ਤਾਂ ਅਸੀਂ ਜਲਦੀ ਸੇਵਕਾਂ ਨੂੰ ਨਹੀਂ ਵਧਾ ਸਕਦੇ। ਹਾਲਾਂਕਿ ਇਹਨਾਂ ਸਾਰੀਆਂ ਚੀਜ਼ਾਂ ਦੀ ਅਗਵਾਈ ਕੌਣ ਕਰਦਾ ਹੈ? ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪਰਮੇਸ਼ਵਰ ਨੇ ਕਿਹਾ, ਮੈਂ ਯੁੱਗ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਹਾਂ। ਸਾਨੂੰ ਉਹ ਚਰਚ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਪਰਮੇਸ਼ਵਰ ਹਨ। ਪਰਮੇਸ਼ਵਰ ਹਮੇਸ਼ਾ ਟੀਚਾ ਨਿਰਧਾਰਿਤ ਕਰਦੇ ਹਨ। ਸਾਨੂੰ ਸਿਰਫ ਉਹਨਾਂ ਦੀ ਅਗਵਾਈ ਦਾ ਪਾਲਣ ਕਰਨ ਦੀ ਲੋੜ ਹੈ। ਕੀ ਇਹ ਸਾਡੇ ਲਈ ਬਹੁਤ ਜ਼ਿਆਦਾ ਨਹੀਂ ਹੈ? ਸਾਨੂੰ ਅਜਿਹਾ ਕਹਿਣ ਦੀ ਲੋੜ ਨਹੀਂ ਹੈ। ਆਓ ਅਸੀਂ ਅੱਜ ਤੋਂ ਆਪਣੀ ਮਾਨਸਿਕਤਾ ਬਦਲੀਏ। ਸਾਡੇ ਚਰਚ ਦੀ ਅਗਵਾਈ ਕੌਣ ਕਰ ਰਹੇ ਹਨ? ਪਰਮੇਸ਼ਵਰ ਸਾਡੇ ਚਰਚ ਦੀ ਅਗਵਾਈ ਕਰਦੇ ਹਨ। ਅਸੀਂ ਕਿੰਨਾ ਪੂਰਾ ਕਰ ਸਕਦੇ ਹਾਂ? ਅਸੀਂ ਆਪਣੇ ਆਪ ਕੁਝ ਹਾਸਿਲ ਨਹੀਂ ਕਰ ਸਕਦੇ। ਪਰ ਕੀ ਹੋਵੇਗਾ ਜੇਕਰ ਪਰਮੇਸ਼ਵਰ ਅਗਵਾਈ ਕਰਨ? ਸਭ ਕੁਝ ਸੰਭਵ ਹੈ।
ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਰਮੇਸ਼ਵਰ ਲਈ ਕੁਝ ਵੀ ਅਸੰਭਵ ਨਹੀਂ ਹੈ। 자, 그렇다면 ਪਰਮੇਸ਼ਵਰ ਨੇ ਜੰਗਲ ਵਿੱਚ ਰੋਟੀ ਅਤੇ 5 ਰੋਟੀਆਂ ਬਾਰੇ ਦੱਸਿਆ। 떡에 대해서도 말씀이 계셨습니다만 ਫਿਰ ਆਓ ਅਸੀਂ ਦੇਖੀਏ ਕਿ ਯੂਹੰਨਾ ਅਧਿਆਇ 6 ਵਚਨ 48 ਵਿੱਚ ਪਰਮੇਸ਼ਵਰ ਨੇ ਪਸਾਹ ਦੀ ਰੋਟੀ ਬਾਰੇ ਕੀ ਕਿਹਾ। ਵਚਨ 48 ਵਿੱਚ ਇਹ ਕਹਿੰਦਾ ਹੈ, ਜੀਵਨ ਦੀ ਰੋਟੀ ਮੈਂ ਹਾਂ। ਤੁਹਾਡਿਆਂ ਪਿਓ ਦਾਦਿਆਂ ਨੇ ਉਜਾੜ ਵਿੱਚ ਮਨ ਖਾਧਾ ਅਤੇ ਕੀ ਹੋਇਆ ਅਤੇ ਮਰ ਗਏ। ਪਰਮੇਸ਼ਵਰ ਨੇ ਤੁਹਾਡੇ ਪੁਰਖਿਆਂ ਨੂੰ ਜੰਗਲ ਵਿੱਚ ਖਾਣ ਲਈ ਰੋਟੀ ਦਿੱਤੀ, ਪਰ ਕੀ ਉਹ ਸਾਰੇ ਨਹੀਂ ਮਰੇ? ਆਓ ਅਸੀਂ ਵਚਨ 27 ਉੱਤੇ ਇੱਕ ਨਜ਼ਰ ਪਾਈਏ। ਆਓ ਵਚਨ 27 ਵੇਖੀਏ। ਨਾਸ ਹੋਣ ਵਾਲੇ ਭੋਜਨ ਦੇ ਲਈ ਮਿਹਨਤ ਨਾ ਕਰੋ, ਸਗੋਂ ਉਸ ਭੋਜਨ ਲਈ ਜੋ ਸਦੀਪਕ ਜੀਵਨ ਤੀਕਰ ਰਹਿੰਦਾ ਹੈ। ਇੱਥੇ ਯਿਸੂ ਨੇ ਯੂਹੰਨਾ ਅਧਿਆਇ 6 ਵਚਨ 4 ਵਿੱਚ 5 ਰੋਟੀਆਂ ਅਤੇ 2 ਮੱਛੀਆਂ ਦੇ ਚਮਤਕਾਰ ਦੀ ਚਰਚਾ ਕਰਦੇ ਹੋਏ ਨਾਸ਼ ਹੋਣ ਵਾਲੇ ਭੋਜਨ ਦਾ ਜ਼ਿਕਰ ਕੀਤਾ। ਬਾਅਦ ਵਿੱਚ ਉਹਨਾਂ ਨੇ ਸਿੱਟਾ ਕੱਢਿਆ ਕਿ 5 ਰੋਟੀਆਂ ਨਾਸ਼ ਹੋਣ ਵਾਲਾ ਭੋਜਨ ਹੈ ਅਤੇ ਮਨ ਬਾਰੇ ਕੀ। ਉਹਨਾਂ ਨੇ ਕਿਹਾ ਕਿ ਭਾਵੇਂ ਉਹਨਾਂ ਨੇ ਇਸ ਨੂੰ ਖਾਧਾ ਫਿਰ ਵੀ ਉਹ ਮਰ ਗਏ। ਹਾਲਾਂਕਿ ਯਿਸੂ ਨੇ ਪਸਾਹ ਦੀ ਰੋਟੀ ਦਾ ਵੱਖਰੇ ਢੰਗ ਨਾਲ ਵਰਣਨ ਕੀਤਾ। ਆਓ ਅਸੀਂ ਦੇਖੀਏ ਕਿ ਅਧਿਆਇ 6 ਵਚਨ 49 ਦੇਖੀਏ ਕਿ ਉਹਨਾਂ ਨੇ ਇਸ ਨੂੰ ਕਿਵੇਂ ਪ੍ਰਗਟ ਕੀਤਾ। ਤੁਹਾਡਿਆਂ ਪਿਓ ਦਾਦਿਆਂ ਨੇ ਉਜਾੜ ਵਿੱਚ ਮਨ ਖਾਧਾ ਅਤੇ ਮਰ ਗਏ। ਜਿਹੜੀ ਰੋਟੀ ਸੁਰਗੋਂ ਉਤਰਦੀ ਹੈ, ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ, ਸੋ ਇਹੋ ਹੈ। ਉਹ ਜਿਉਂਦੀ ਰੋਟੀ ਜੋ ਸੁਰਗੋਂ ਉਤਰੀ, ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕ ਜਿਉਂਦਾ ਰਹੇਗਾ, ਅਤੇ ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ, ਜਿਹੜਾ ਜਗਤ ਦੇ ਜੀਵਨ ਲਈ ਮੈਂ ਦਿਆਂਗਾ। ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿ ਕੇ ਬਹਿਸਣ ਲੱਗੇ, ਜੋ ਇਹ ਆਪਣਾ ਮਾਸ ਕਿੱਕਰ ਸਾਨੂੰ ਖਾਣ ਲਈ ਦੇ ਸਕਦਾ ਹੈ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਕੀ ਨਹੀਂ ਹੈ? ਜੀਵਨ ਨਹੀਂ ਹੈ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਤੁਹਾਡੇ ਕੋਲ ਕੀ ਹੈ? ਸਦੀਪਕ ਜੀਵਨ ਉਸੇ ਦਾ ਹੈ। 2 ਮੱਛੀਆਂ ਨਾਲ 5 ਰੋਟੀਆਂ ਅਤੇ ਮਨ ਨਾਂ ਦੀ ਰੋਟੀ ਹੈ, ਪਰ ਪਸਾਹ ਦੀ ਰੋਟੀ ਬਾਰੇ ਪਰਮੇਸ਼ਵਰ ਇਹ ਨਹੀਂ ਕਹਿੰਦੇ ਕਿ ਉਹ ਨਾਸ਼ ਹੋਣ ਵਾਲਾ ਭੋਜਨ ਹੈ, ਜਾਂ ਭਾਵੇਂ ਤੁਸੀਂ ਇਸ ਨੂੰ ਖਾਓ ਫਿਰ ਵੀ ਤੁਸੀਂ ਮਰ ਜਾਓਗੇ। ਉਹਨਾਂ ਨੇ ਇਸ ਰੋਟੀ ਬਾਰੇ ਕੀ ਕਿਹਾ? ਪਰਮੇਸ਼ਵਰ ਨੇ ਕਿਹਾ ਕਿ ਇਹ ਰੋਟੀ ਸਦੀਪਕ ਜੀਵਨ ਦਿੰਦੀ ਹੈ। ਕੇਵਲ ਉਹੀ ਰੋਟੀ ਕਿਉਂ ਸਦੀਪਕ ਜੀਵਨ ਦਿੰਦੀ ਹੈ? ਅਜਿਹਾ ਇਸ ਲਈ ਹੈ ਕਿਉਂਕਿ ਇਸ ਰੋਟੀ ਦੀ ਅਸਲੀਅਤ ਯਿਸੂ ਮਸੀਹ ਹੈ। ਇਸ ਅਰਥ ਨਾਲ ਕਿਹੜਾ ਤਿਉਹਾਰ ਸਥਾਪਿਤ ਕੀਤਾ ਗਿਆ ਸੀ? ਇਹ ਪਸਾਹ ਦਾ ਤਿਉਹਾਰ ਸੀ। ਆਓ ਅਸੀਂ ਮੱਤੀ ਦੀ ਕਿਤਾਬ ਅਧਿਆਇ 26 ਉੱਤੇ ਜਾਈਏ। ਮੱਤੀ ਅਧਿਆਇ 26 ਵਚਨ 17। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਆਓ ਅਸੀਂ ਵਚਨ 26 ਉੱਤੇ ਜਾਈਏ। ਪਸਾਹ ਮਨਾਇਆ ਜਾ ਰਿਹਾ ਹੈ। ਆਓ ਵਚਨ 26 ਵੇਖੀਏ। ਜਦ ਉਹ ਖਾ ਰਹੇ ਸਨ ਤਦ ਉਹਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਹਨਾਂ ਨੂੰ ਦੇ ਕੇ ਆਖਿਆ, ਲਓ ਇਹ ਕੀ ਹੈ? ਮੇਰਾ ਸਰੀਰ ਹੈ। ਪਸਾਹ ਦੀ ਰੋਟੀ ਦਿੰਦੇ ਹੋਏ ਯਿਸੂ ਨੇ ਕਿਹਾ ਕਿ ਉਹਨਾਂ ਦਾ ਮਾਸ ਹੈ। ਆਓ ਵਚਨ 27 ਵੇਖੀਏ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ, ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਰੋਟੀ ਅਤੇ ਦਾਖਰਸ। ਪਸਾਹ ਦੀ ਰੋਟੀ ਅਤੇ ਦਾਖਰਸ ਯੂਹੰਨਾ ਅਧਿਆਇ 6 ਵਿੱਚ ਮਨੁੱਖ ਦੇ ਪੁੱਤਰ ਦੇ ਮਾਸ ਅਤੇ ਲਹੂ ਨੂੰ ਦਰਸਾਉਂਦਾ ਹੈ। ਉਸਨੇ ਉਹਨਾਂ ਲੋਕਾਂ ਨਾਲ ਕੀ ਵਾਅਦਾ ਕੀਤਾ ਜੋ ਉਹਨਾਂ ਦਾ ਮਾਸ ਅਤੇ ਲਹੂ ਖਾਂਦੇ ਅਤੇ ਪੀਂਦੇ ਹਨ? ਉਹਨਾਂ ਨੇ ਸਦੀਪਕ ਜੀਵਨ ਦਾ ਵਾਅਦਾ ਕੀਤਾ। ਇਸੇ ਤਰ੍ਹਾਂ 5 ਰੋਟੀਆਂ ਅਤੇ ਮਨ ਨਾਮਕ ਚਮਤਕਾਰੀ ਰੋਟੀ ਸੀ। ਪਰ ਜਿਸ ਰੋਟੀ ਨੂੰ ਪਰਮੇਸ਼ਵਰ ਸਵੀਕਾਰ ਕਰਦੇ ਹਨ, ਉਹ ਪਸਾਹ ਦੀ ਰੋਟੀ ਹੈ। ਇਸ ਰੋਟੀ ਦੀ ਅਸਲੀਅਤ ਕੌਣ ਹੈ? ਉਹ ਮਸੀਹ ਹੈ। ਸਾਡੇ ਲਈ ਮਸੀਹ ਦੇ ਨਾਲ ਇੱਕ ਬਣਨ ਅਤੇ ਸਵਰਗ ਦੇ ਰਾਜ ਵਿੱਚ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਦਾ ਆਨੰਦ ਲੈਣ ਲਈ ਪਰਮੇਸ਼ਵਰ ਨੇ ਸਾਨੂੰ ਪਸਾਹ ਦਿੱਤਾ। ਲੋਕ ਚਮਤਕਾਰ ਦੇਖਣਾ ਚਾਹੁੰਦੇ ਹਨ, ਪਰ ਪਿਤਾ ਜੀ ਨੇ ਕਿਹਾ, ਸਦੀਪਕ ਜੀਵਨ ਦੇ ਚਮਤਕਾਰ ਤੋਂ ਵੱਡਾ ਕੋਈ ਚਮਤਕਾਰ ਨਹੀਂ ਹੈ।
ਸਾਰੇ ਲੋਕੋ, ਕੀ ਤੁਸੀਂ ਉਹ ਵੀਡੀਓ ਨਹੀਂ ਦੇਖਿਆ ਜਿੱਥੇ ਉਹਨਾਂ ਨੇ ਪਸਾਹ ਉੱਤੇ ਜ਼ੋਰ ਦਿੱਤਾ? ਦਰਅਸਲ, ਪਸਾਹ ਜਿੰਨਾ ਮਹਾਨ ਕੋਈ ਚਮਤਕਾਰ ਨਹੀਂ ਹੈ। ਇਹ ਉਮੀਦ ਕਰਦੇ ਹੋਏ ਕਿ ਦੁਨੀਆ ਭਰ ਵਿੱਚ ਸੀਯੋਨ ਦੀਆਂ ਸਾਰੀਆਂ ਸੰਤਾਨਾਂ ਉਹਨਾਂ ਭੇਡਾਂ ਦੀ ਅਗਵਾਈ ਕਰਕੇ ਜੋ ਅਜੇ ਤੱਕ ਸੀਯੋਨ ਵਿੱਚ ਨਹੀਂ ਆਈਆਂ ਹਨ, ਪਰਮੇਸ਼ਵਰ ਨੂੰ ਬਹੁਤ ਖੁਸ਼ੀ ਅਤੇ ਵਡਿਆਈ ਦੇਣਗੀਆਂ। ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।